ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 397 ਤੋਂ ਲੈ ਕੇ 399 ਤੱਕ ਸਵਾਇਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ। ਬਹੁਤ ਹੀ ਪਿਆਰੀ ਬਾਣੀ ਹੈ। ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਹੱਬੇ ਥੋਕ ਵਿਸਾਰ, ਹਿੱਕੋ ਖਿਆਲ ਕਰ। ਝੂਠਾ ਲਾਹੇ ਗੁਮਾਨ, ਮਨ ਤਨ ਅਰਪ ਤਰ। ਆਠ ਪਹਿਰ ਸਾਲਾਹੇ ਸਿਰਜਨਹਾਰ ਤੂੰ। ਜੀਵਾਂ ਤੇਰੀ ਦਾਤ ਕਿਰਪਾ ਕਰਹੁ ਮੂੰ। ਰਹਾਓ। ਆਠ ਪਹਿਰ ਸਾਲਾਹੇ ਸਿਰਜਨਹਾਰ ਤੂੰ। ਜੀਵਾਂ ਤੇਰੀ ਦਾਤ ਕਿਰਪਾ ਕਰਹੁ ਮੂੰ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਵੀ ਸਾਰੇ ਸੰਸਾਰਿਕ ਪਦਾਰਥਾਂ ਦਾ ਖਿਆਲ ਛੱਡ ਕੇ ਇੱਕ ਉਸ ਪਰਮਾਤਮਾ ਦਾ ਚੇਤਾ ਰੱਖ ਆਪਣੇ ਹਿਰਦੇ ਵਿੱਚ। ਕਹਿੰਦੇ ਸਾਰੇ ਜਿਹੜੇ ਤੇਰੇ ਇਹ ਪਦਾਰਥਾਂ ਦਾ ਮਾਣ ਆ, ਝੂਠਾ ਮਾਣ ਆ ਨਾ, ਕਿ ਪਦਾਰਥ ਝੂਠੇ ਨੇ, ਫਿਰ ਮਾਣ ਵੀ ਝੂਠਾ ਹੀ ਹੋਇਆ ਨਾ। ਕਹਿੰਦੇ ਪਰਮਾਤਮਾ ਦੇ ਅੱਗੇ ਆਪਣਾ ਮਨ ਤਨ ਅਰਪਣ ਕਰਦੇ ਅਤੇ ਜਿਹੜਾ ਆਪਣਾ ਇਹ ਹੰਕਾਰ ਆ ਪਦਾਰਥਾਂ ਦਾ, ਝੂਠਿਆਂ ਦਾ ਝੂਠਾ ਹੰਕਾਰ, ਇਹ ਛੱਡ ਦੇ। ਕਹਿੰਦੇ ਅੱਠੇ ਪਹਿਰ ਉਸ ਸਿਰਜਣਹਾਰ ਦਾ ਨਾਮ ਸਿਮਰ, ਉਹਦੀ ਸਿਫਤ ਸਲਾਹ ਕਰ। ਕਹਿੰਦੇ ਹੇ ਦਾਤਾ ਜੀ, ਸਾਡੇ 'ਤੇ ਕਿਰਪਾ ਕਰੋ ਕਿ ਅਸੀਂ ਅੱਠੇ ਪਹਿਰ ਤੁਹਾਡਾ ਨਾਮ ਜਪ ਸਕੀਏ। ਤੁਹਾਡਾ ਨਾਮ ਜਪਿਆਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ। ਸੋਈ ਕੰਮ ਕਮਾਏ ਜਿਤ ਮੁਖ ਉਜਲਾ, ਸੋਈ ਲੱਗੈ ਸੱਚ ਜਿਸ ਤੂੰ ਦੇਹ ਅੱਲਾ। ਕਹਿੰਦੇ ਵੀ ਉਹੀ ਕੰਮ ਕਰੋ ਜਿਹਦੇ ਨਾਲ ਅਸੀਂ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਰੋਸ਼ਨ ਮੁਖ ਲੈ ਕੇ ਜਾਵਾਂਗੇ। ਕਹਿੰਦੇ ਹੇ ਪਰਮੇਸ਼ਰ ਜੀ, ਉਹੀ ਤੇਰਾ ਨਾਮ ਜਪਣ ਲੱਗਦਾ ਜਿਸ ਨੂੰ ਤੁਸੀਂ ਇਹ ਦਾਤ ਦਿੰਦੇ ਹੋ। ਕਹਿੰਦੇ ਜੋ ਨਾ ਟਹੰਦੋ ਮੂਲ, ਸੋ ਘਰ ਰਾਸ ਕਰ। ਹਿੱਕੋ ਚਿੱਤ ਵਸਾਏ, ਕਦੇ ਨਾ ਜਾਏ ਮਰ। ਕਹਿੰਦੇ ਉਹ ਘਰ ਬਣਾਓ ਜਿਹੜਾ ਘਰ ਕਦੇ ਟਹਿੰਦਾ ਨਹੀਂ ਗਾ। ਉਹ ਕਿਹੜਾ? ਨਿੱਜ ਦਾ ਘਰ, ਜਿੱਥੇ ਪਰਮਾਤਮਾ ਵਸਿਆ। ਕਿਉਂਕਿ ਪਰਮਾਤਮਾ ਨੂੰ ਇੱਕ ਨੂੰ ਚਿੱਤ 'ਚ ਵਸਾਓ ਜਿਹੜਾ ਕਦੇ ਮਰਦਾ ਨਹੀਂ। ਉਹਦੇ ਚਰਨਾਂ 'ਚ ਕਹਿੰਦੇ ਆਪਣਾ ਘਰ ਬਣਾਓ। ਜਦੋਂ ਉਹ ਨਹੀਂ ਕਦੇ ਮਰਦਾ, ਉਹਦੇ ਘਰ ਬਣਾਉਣ ਵਾਲਾ ਵੀ ਨਹੀਂ ਮਰਦਾ। ਫਿਰ ਬਾਕੀ ਤੇ ਸੰਸਾਰਿਕ ਘਰ ਤੇ ਪਿੱਛੇ ਰਹਿਣ ਵਾਲੇ ਨੇ ਨਾ, ਢਹਿਣ ਵਾਲੇ ਨੇ। ਤਿੰਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ, ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ। ਕਹਿੰਦੇ ਪਰਮਾਤਮਾ ਉਹਨਾਂ ਨੂੰ ਹੀ ਪਿਆਰਾ ਲੱਗਦਾ ਜੋ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ। ਤਿੰਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ। ਕਹਿੰਦੇ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਦਾ ਜਿਹੜੇ ਪਰਮਾਤਮਾ ਨੂੰ ਪਿਆਰੇ ਲੱਗਦੇ ਨੇ। ਕਹਿੰਦੇ ਨਾਨਕ ਜੀ ਤਾਂ ਗੁਰੂ ਦੀ ਕਿਰਪਾ ਦੇ ਨਾਲ ਇਹ ਸਭ ਕੁਛ ਦੱਸ ਰਹੇ ਨੇ ਆਪਾਂ ਨੂੰ, ਜੋ ਪਰਮਾਤਮਾ ਦੇ ਘਰ ਦੀਆਂ ਗੱਲਾਂ ਬਾਤਾਂ ਨੇ। ਵਾਹਿਗੁਰੂ ਜੀ। ਕਹਿੰਦੇ ਵੀ ਅਕਥ, ਜਿਹਦੀ ਕਥਾ ਕੀਤੀ ਨਾ ਜਾ ਸਕੇ, ਜਿਹਦਾ ਸਰੂਪ ਵਰਣਨ ਨਾ ਕੀਤਾ ਜਾ ਸਕੇ। ਹੁਣ ਜਿਹੜੀਆਂ ਸੰਸਾਰਿਕ ਚੀਜ਼ਾਂ ਨੇ ਉਹਨਾਂ ਦੇ ਰੰਗ ਵੰਨ ਨੇ ਆਪਾਂ ਦੱਸ ਸਕਦੇ ਹਾਂ ਨਾ। ਹੁਣ ਵਾਹਿਗੁਰੂ ਜੀ ਦਾ ਨਾ ਰੂਪ, ਨਾ ਰੇਖ, ਨਾ ਰੰਗ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਫਿਰ ਕੀ ਦੱਸਾਂਗੇ? ਅਨੁਭਵ ਆ ਉਹਦੇ ਆਨੰਦ ਦਾ। ਆਸਾ ਮਹੱਲਾ ਪੰਜਵਾਂ। ਜਿਨ੍ਹਾਂ ਨ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜੇਹਿਆ। ਜਿਨ੍ਹਾਂ ਨ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜੇਹਿਆ। ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ,
ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਓ। ਹਾਂਜੀ ਸੰਗਤ ਜੀ, ਇਹ ਬਹੁਤ ਹੀ ਪਿਆਰੀ ਤੁਕ ਆ ਪੰਚਮ ਪਾਤਸ਼ਾਹ ਜੀ ਦੀ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜਿਹਿਆ। ਇਹਦੀ ਛੋਟੀ ਜਿਹੀ ਤੁਹਾਡੇ ਨਾਲ ਘਟਨਾ ਇੱਕ ਸਾਂਝੀ ਕਰਦੇ ਹਾਂ। ਕਾਫੀ ਸਾਲਾਂ ਦੀ ਗੱਲ ਆ, ਸ਼ਾਇਦ 2015 ਦੀ ਹੋਵੇ, ਜਦੋਂ ਕਦਾਸੀ ਨੂੰ ਪਰਮਾਤਮਾ ਨੇ ਆਪਦੇ ਚਰਨਾਂ ਦੀ ਪ੍ਰੀਤ ਲਾਉਣੀ ਸ਼ੁਰੂ ਹੀ ਕੀਤੀ ਸੀ। ਆਹ ਵਾਲੀ ਖੇਡ ਨਹੀਂ ਸੀ ਵਾਪਰੀ, ਇੰਨਾ ਪਤਾ ਵੀ ਨਹੀਂ ਸੀਗਾ। ਅਤੇ ਆਹ ਜਿਹੜਾ ਸੈੱਲ ਫੋਨ ਆ ਇਹ ਵੀ ਦਾਸੀ ਨੇ ਸ਼ਾਇਦ 2015 ਦਸੰਬਰ 'ਚ ਲਿਆ ਸੀ। ਹੁਣ ਤਾਂ ਇਹਦੇ 'ਤੇ ਆਪਾਂ ਬਾਣੀ ਕੱਢ ਲੈਂਦੇ ਹਾਂ, ਅਰਥ ਪੜ੍ਹ ਲੈਂਦੇ ਹਾਂ, ਕੁਛ ਵੀ ਹੋਵੇ ਪਤਾ ਕਰ ਲੈਂਦੇ ਹਾਂ। ਉਸ ਤੋਂ ਛੋਟੀ ਭੈਣ ਕੋਲ ਗਈ ਸੀ ਅਤੇ ਉਹ ਭੈਣ ਦੇ ਕੋਲ ਸੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਜੀਵਨੀ। ਉਹਨਾਂ ਦੀ ਜਿਹੜੀ ਇਹ ਜੀਵਨੀ ਆ ਨਾ, ਉਹਦੇ ਉੱਪਰ ਇਹੀ ਤੁਕ ਲਿਖੀ ਹੋਈ ਆ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ। ਅਤੇ ਦੂਸਰੀ ਤੁਕ ਜਿਹੜੀ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਇਹ ਨਹੀਂ ਸੀ ਲਿਖੀ ਹੋਈ। ਤਾਂ ਭੈਣ ਨੇ ਦਿੱਤੀ ਮੈਨੂੰ ਪੜ੍ਹਨ ਲਈ, ਤਾਂ ਮੈਂ ਜਿਹੜੀ ਇਹ ਤੁਕ ਪੜ੍ਹਾਂ ਵਾਰ-ਵਾਰ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ, ਅਤੇ ਮਨ ਦੇ ਵਿੱਚ ਇਹ ਖਿਆਲ ਆਵੇ ਵੀ ਉਹ ਕਿਵੇਂ ਦੇ ਹੋਣਗੇ। ਵੀ ਮਤਲਬ ਇਹੀ ਕਹਿਣਾ ਨਾ, ਮਤਲਬ ਵੀ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਂ ਵਿਸਰਦਾ ਨਹੀਂ ਸੀ, ਵੀ ਉਹ ਕਿਹਦੇ ਵਰਗੇ ਨੇ। ਕਿਉਂਕਿ ਹੁਣ ਉਦੋਂ ਨਾ ਤਾਂ ਮੈਨੂੰ ਇੰਨੀ ਸਮਝ ਸੀਗੀ ਕਿ ਮੈਂ ਕਿੱਥੋਂ ਪਤਾ ਕਰਾਂ, ਕਿਵੇਂ, ਸ਼ਾਇਦ ਦਿਮਾਗ 'ਚ ਨਹੀਂ, ਪਰ ਮੁੜ ਕੇ ਮਨ ਦੇ ਵਿੱਚ ਇਹ ਬਹੁਤ ਜਿੱਦਾਂ ਮਨ ਨੂੰ ਆਵੇ ਕਿ ਵੀ ਉਹ ਕਿਵੇਂ ਦੇ ਹੋਣਗੇ, ਉਹ ਕਿਵੇਂ ਦੇ ਹੋਣਗੇ। ਅਤੇ ਜਦੋਂ ਫਿਰ ਮਤਲਬ ਇਸ ਤੁਕ ਦਾ ਉਦੋਂ ਨਹੀਂ ਸੀ ਪਤਾ ਲੱਗਿਆ, ਨਾ ਹੀ ਉਦੋਂ ਮਤਲਬ ਇੰਨੀ ਸਮਝ ਇੱਧਰ ਨੂੰ ਸੀ। ਜਦੋਂ ਮੈਨੂੰ ਇਸ ਤੁਕ ਦਾ ਦੂਜਾ ਭਾਗ ਲੱਗਿਆ ਨਾ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ, ਮਤਲਬ ਇੰਨਾ ਕੁ ਮਨ ਨੂੰ ਆਨੰਦ ਆਇਆ, ਦੱਸ ਨਹੀਂ ਸਕਦੀ। ਕਿ ਜਿਹੜੇ ਜੀਵ ਨੂੰ ਉਸ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ, ਉਹ ਕਿਹੋ ਜਿਹੇ ਨੇ। ਉਹ ਤਾਂ ਉਹੋ ਜਿਹੇ ਹੀ ਨੇ। ਉਹ ਸਾਈਂ ਦੇ ਵਿੱਚ ਅਤੇ ਉਸ ਜੀਵ ਦੇ ਵਿੱਚ ਭੇਦ ਨਹੀਂ ਹੈ, ਜਿਹਨੂੰ ਉਹਦਾ ਨਾਮ ਕਦੇ ਭੁੱਲਦਾ ਨਹੀਂ ਗਾ। ਬਹੁਤ ਹੀ ਪਿਆਰੀ ਤੁਕ ਆ, ਮਤਲਬ ਜਿੱਦਾਂ ਕਿ ਮਨ ਦੇ ਵਿੱਚ ਉਕਰ ਗਈ ਹੈ, ਇਸ ਤਰ੍ਹਾਂ ਦੀ ਤੁਕ ਆ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ। ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਜੀਵ ਦੀ ਭੇਟਾ ਹੁੰਦੀ ਆ, ਮਿਲਾਪ ਹੁੰਦਾ, ਕਹਿੰਦੇ ਮਨ ਅਤੇ ਤਨ ਜੀਵ ਦਾ ਨਿਹਾਲ ਹੋ ਜਾਂਦਾ। ਤਨ ਜੀਵ ਦਾ, ਤਨ ਹਿਰਦੇ ਨੂੰ ਵੀ ਕਹਿੰਦੇ ਨੇ, ਅਤੇ ਤਨ ਗਿਆਨ ਇੰਦਰੀਆਂ ਨੂੰ ਵੀ ਕਹਿੰਦੇ ਨੇ। ਹੁਣ ਇਹ ਤਾਂ ਪਾਤਸ਼ਾਹ ਹੀ ਜਾਣਨ ਕਿ ਉਸ ਟਾਈਮ ਪਾਤਸ਼ਾਹ ਦੇ ਮਨ ਦੇ ਵਿੱਚ ਕਿਸ ਚੀਜ਼ ਨੂੰ ਤਨ ਕਹਿ ਰਹੇ ਨੇ। ਹੁਣ ਵਿਦਵਾਨਾਂ ਨੇ, ਅਰਥ ਕਰਨ ਵਾਲਿਆਂ ਨੇ ਤਨ ਹਿਰਦੇ ਨੂੰ ਵੀ ਕਿਹਾ ਅਤੇ ਆਪਣੀਆਂ ਗਿਆਨ ਇੰਦਰੀ ਨੂੰ ਵੀ ਕਿਹਾ। ਜਿਹੜੇ ਸਾਡੇ ਗਿਆਨ ਇੰਦਰੀ ਨੇ, ਉਹ ਜੀਵ ਦੇ ਕਾਬੂ 'ਚ ਆ ਜਾਂਦੇ ਨੇ ਜਦੋਂ ਪਰਮਾਤਮਾ ਦਾ ਅਨੁਭਵ ਹੁੰਦਾ। ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ। ਫਿਰ ਕਹਿੰਦੇ ਉਸ ਸੇਵਕ ਨੇ ਕਿਰਪਾ ਦੇ ਨਾਲ, ਪਰਮਾਤਮਾ ਦੀ ਦੇ ਨਾਲ ਸੁੱਖ ਪਾ ਲਿਆ ਅਤੇ ਉਹਦਾ ਸਾਰਾ ਦੁੱਖ ਖਤਮ ਹੋ ਗਿਆ, ਜਿਸ ਜੀਵ ਨੂੰ ਪਰਮਾਤਮਾ ਦਾ ਅੰਤਰ ਆਤਮੇ ਅਨੁਭਵ ਹੋ ਗਿਆ। ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨਖੇ, ਜਿਨ ਮਨ ਵੁੱਠਾ ਆਪ ਪੂਰੇ ਭਗਤ ਸੇ। ਫਿਰ ਕਹਿੰਦੇ ਵੀ ਉਹ ਜੀਵ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮਾਤਮਾ ਆਪ ਵਸ ਗਿਆ, ਉਹ ਉਹਦੇ ਪੂਰੇ ਭਗਤ ਨੇ। ਅਤੇ ਜਿਹੜੇ ਉਹ ਭਗਤ ਨੇ ਨਾ, ਉਹ ਖੰਡਾਂ ਬ੍ਰਹਿਮੰਡਾਂ ਦਾ ਵੀ ਉਧਾਰ ਕਰਨ ਦੇ ਸਮਰੱਥ ਹੋ ਜਾਂਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਜਿਸਨੂੰ ਮੰਨੇ ਆਪ ਸੋਈ ਮਾਨੀਐ, ਪ੍ਰਗਟ ਪੁਰਖ ਪਰਵਾਨ ਸਭ ਠਾਈ ਜਾਨੀਐ। ਜਿਸ ਨੂੰ ਮੰਨੇ ਆਪ, ਕਹਿੰਦੇ ਫਿਰ ਜਿਹੜਾ ਪਰਮਾਤਮਾ ਦਾ ਭਗਤ ਬਣ ਜਾਂਦਾ, ਫਿਰ ਉਹਨੂੰ ਪਰਮਾਤਮਾ ਆਦਰ ਦਿੰਦਾ। ਕਹਿੰਦੇ ਜਿਹਨੂੰ ਪਰਮਾਤਮਾ ਆਦਰ ਦਿੰਦਾ, ਉਹਨੂੰ ਫਿਰ ਸਾਰੇ ਹੀ ਆਦਰ ਦਿੰਦੇ ਨੇ। ਉਹ ਕਹਿੰਦੇ ਪ੍ਰਧਾਨ ਹੋ ਜਾਂਦਾ, ਉਹ ਜਾਣਿਆ ਜਾਣ ਲੱਗ ਜਾਂਦਾ। ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਸੁਣਿਆ ਨਾ ਕਿ ਵੀ ਉਹ ਛੁਪਿਆ ਨਹੀਂ ਰਹਿੰਦਾ ਜੋ ਪਰਮਾਤਮਾ ਦਾ ਨਾਮ ਜਪਦਾ, ਕਿਉਂਕਿ ਨਾਮ ਦਾ ਚਾਨਣ ਹੀ ਇਸ ਤਰ੍ਹਾਂ ਦਾ। ਵਾਹਿਗੁਰੂ ਜੀ, ਵਾਹਿਗੁਰੂ। ਦਿਨ ਸਰੈਣ ਆਰਾਧ ਸੰਭਾਲੈ ਸਾਹ ਸਾਹਾ,
ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ। ਨਾਨਕ ਜੀ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ ਮੇਰੀ ਤਾਂਘ ਪੂਰੀ ਕਰ ਦਿਓ। ਤਾਂਘ ਕੀ ਆ ਨਾਨਕ ਜੀ ਦੀ? ਕਹਿੰਦੇ ਵੀ ਸਾਹ ਸਾਹ ਦੇ ਨਾਲ, ਹਰ ਇੱਕ ਸਵਾਸ ਦੇ ਨਾਲ ਦਿਨ ਰੈਣ ਦਿਨ ਰਾਤ ਕਹਿੰਦੇ ਵੀ ਮੈਂ ਤੇਰਾ ਨਾਮ ਜਪ ਸਕਾਂ, ਮੇਰੀ ਇਹ ਇੱਛਾ ਪੂਰੀ ਕਰ ਦਿਓ। ਵਾਹਿਗੁਰੂ ਜੀ, ਵਾਹਿਗੁਰੂ। ਆਸਾ ਮਹੱਲਾ ਪੰਜਵਾਂ। ਪੂਰ ਰਿਹਾ ਸਰਬ ਠਾਏ, ਹਮਾਰਾ ਖਸਮ ਸੋਏ। ਏਕ ਸਾਹਿਬ ਸਿਰ ਛਤ, ਦੂਜਾ ਨਾਹੀਂ ਕੋਏ। ਜਿਉ ਪਾਵੈ ਤਿਉ ਰਾਖ, ਰਾਖਣ ਹਾਰਿਆ। ਤੁਝ ਬਿਨ ਅਵਰ ਨ ਕੋਏ, ਨਦਰ ਨਿਹਾਰਿਆ। ਰਹਾਓ। ਕਹਿੰਦੇ ਉਹ ਪਰਮਾਤਮਾ ਜੋ ਹਰ ਇੱਕ ਜਗ੍ਹਾ 'ਤੇ ਵਿਆਪਕ ਆ, ਉਹ ਸਾਡਾ ਸਵਾਮੀ ਹੈ, ਕਹਿੰਦੇ ਸਾਡਾ ਮਾਲਕ ਹੈ। ਕਹਿੰਦੇ ਉਹ ਸਾਡੇ ਸਾਰਿਆਂ ਦੇ ਉੱਪਰ ਜਿਸ ਤਰ੍ਹਾਂ ਛਤਰ ਹੈ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ। ਜਿਵੇਂ ਉਹ ਸਾਡੀ ਰਾਖੀ ਕਰਨ ਵਾਲਾ, ਉਹਦੇ ਬਰਾਬਰ ਦਾ ਕੋਈ ਹੈ ਨਹੀਂ। ਕਹਿੰਦੇ ਹੇ ਪਰਮੇਸ਼ਰ ਜੀ, ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਸਾਡੀ ਰੱਖਿਆ ਕਰੋ। ਕਹਿੰਦੇ ਤੁਹਾਡੇ ਤੋਂ ਬਿਨਾਂ ਸਾਡੇ 'ਤੇ ਮਿਹਰ ਦੀ ਨਜ਼ਰ ਕਰਨ ਵਾਲਾ ਹੋਰ ਦੂਜਾ ਕੋਈ ਨਹੀਂ। ਪ੍ਰਤਪਾਲੇ ਪ੍ਰਭ ਆਪ, ਘਟ ਘਟ ਸਾਰੀਐ। ਜਿਸ ਮਨ ਵੁੱਠਾ ਆਪ, ਤਿਸਨਾ ਵਿਸਾਰੀਐ। ਕਹਿੰਦੇ ਪਰਮਾਤਮਾ ਹਰ ਇੱਕ ਸਰੀਰ ਵਿੱਚ ਵਸ ਰਿਹਾ ਹੈ ਅਤੇ ਸਾਡੀ ਪ੍ਰਤਪਾਲਨਾ ਕਰ ਰਿਹਾ ਹੈ। ਕਹਿੰਦੇ ਜਿਸ ਮਨ ਦੇ ਵਿੱਚ ਵਸ ਜਾਂਦਾ ਨਾ, ਫਿਰ ਉਸ ਨੂੰ ਕਹਿੰਦੇ ਕਦੇ ਨਹੀਂ ਭੁਲਾਉਂਦਾ। ਨਾ ਹੀ ਜੀਵ ਉਹਨੂੰ ਭੁਲਾਉਂਦਾ, ਨਾ ਪਰਮਾਤਮਾ ਜੀਵ ਨੂੰ ਭੁਲਾਉਂਦਾ। ਜੋ ਕਿਛ ਕਰੈ ਸੋ ਆਪ, ਆਪਨ ਭਾਣਿਆ। ਭਗਤਾਂ ਕਾ ਸਹਾਈ, ਜੁਗ ਜੁਗ ਜਾਣਿਆ। ਕਹਿੰਦੇ ਪਰਮਾਤਮਾ ਜੋ ਕੁਛ ਵੀ ਕਰਦਾ ਆਪਣੀ ਸੁਤੰਤਰ ਇੱਛਾ ਨਾਲ, ਜੋ ਉਸ ਨੂੰ ਠੀਕ ਲੱਗਦਾ ਕਰਦਾ ਹੈ। ਕਹਿੰਦੇ ਜੁਗਾਂ ਜੁਗਾਂ ਤੋਂ ਇਹ ਗੱਲ ਪ੍ਰਸਿੱਧ ਹੈ ਕਿ ਪਰਮਾਤਮਾ ਆਪਣੇ ਭਗਤਾਂ ਦਾ ਸਦਾ ਸਹਾਈ ਹੈ। ਜਪ ਜਪ ਹਰ ਕਾ ਨਾਮ, ਕਦੇ ਨਾ ਚੂਰੀਐ। ਨਾਨਕ ਦਰਸ ਪਿਆਸ, ਲੋਚਾ ਪੂਰੀਐ। ਕਹਿੰਦੇ ਜੋ ਪਰਮਾਤਮਾ ਦਾ ਨਾਮ ਜਪਦੇ ਨੇ, ਉਹਨਾਂ ਨੂੰ ਫਿਰ ਕਦੇ ਝੂਰਨਾ ਨਹੀਂ ਪੈਂਦਾ। ਉਹਨਾਂ ਨੂੰ ਕਿਸੇ ਚੀਜ਼ ਦੇ ਅੰਦਰ ਚਿੰਤਾ ਨਹੀਂ ਹੁੰਦੀ। ਫਿਰ ਉਹਨਾਂ ਦੇ ਫਿਰ ਗਿਲੇ ਸ਼ਿਕਵੇ ਖਤਮ ਹੋ ਜਾਂਦੇ ਨੇ। ਨਾਨਕ ਜੀ ਕਹਿੰਦੇ ਨੇ, ਹੇ ਪਰਮਾਤਮਾ ਜੀ ਮੇਰੀ ਇੱਕ ਪਿਆਸ ਹੈ, ਇੱਕ ਤਾਂਘ ਹੈ, ਪੂਰੀ ਕਰ ਦਿਓ। ਉਹ ਤਾਂਘ ਹੈ ਤੁਹਾਡੇ ਦਰਸ਼ਨ ਦੀ। ਹਾਂਜੀ ਸੰਗਤ ਜੀ, ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਾਂ ਨੂੰ ਵਾਰ-ਵਾਰ ਪਾਤਸ਼ਾਹ ਨਾਮ ਜਪਣ ਦੀ ਤਾਕੀਦ ਕਰ ਰਹੇ ਨੇ। ਹੁਣ ਇਹ ਹੈ ਪਰਮੇਸ਼ਰ ਦੀ ਖੇਡ। ਜਗਤ ਤਮਾਸ਼ਾ ਪਰਮੇਸ਼ਰ ਦੀ ਖੇਡ ਹੈ। ਪਰਮੇਸ਼ਰ ਨੇ ਰਚਿਆ ਹੈ। ਉਹਦੀ ਰਚਨਾ ਉਹ ਜਦੋਂ ਚਾਹੇ ਇਹਨੂੰ ਪੈਦਾ ਕਰ ਲਏ, ਜਦੋਂ ਚਾਹੇ ਇਹਦਾ ਅੰਤ ਕਰ ਲਏ। ਜਿਸ ਤਰ੍ਹਾਂ ਪਰਮਾਤਮਾ ਨੇ ਆਪਾਂ ਨੂੰ ਗੁਰੂ ਸਾਹਿਬਾਨ ਰਾਹੀਂ, ਗੁਰਬਾਣੀ ਰਾਹੀਂ ਆਪਣੇ ਤੱਕ ਇਹ ਗੱਲ ਪਹੁੰਚਾਈ ਆ ਕਿ ਇਹ ਜਿਹੜੀ ਪਰਮੇਸ਼ਰ ਦੀ ਖੇਡ ਆ, ਇਹਦੇ ਵਿੱਚ ਪਰਮੇਸ਼ਰ ਨੇ ਇਹ ਰੱਖਿਆ ਕਿ ਜਿਹੜਾ ਜੀਵ ਗੁਰੂ ਦੀ ਸ਼ਰਨ ਆ ਕੇ ਪਰਮੇਸ਼ਰ ਦਾ ਨਾਮ ਜਪਦਾ, ਉਹਦੀ ਸਮਾਈ ਪਰਮੇਸ਼ਰ ਵਿੱਚ ਹੋ ਜਾਂਦੀ ਆ। ਫਿਰ ਉਹਨੂੰ ਆਵਾਗਮਨ ਦਾ ਚੱਕਰ ਨਹੀਂ ਪੈਂਦਾ। ਇਹ ਪਰਮੇਸ਼ਰ ਦੀ ਖੇਡ ਆ। ਇਸ ਕਰਕੇ ਆਪਣੇ ਲਈ ਨਾਮ ਜਪਣਾ ਜ਼ਰੂਰੀ ਆ। ਪਰਮੇਸ਼ਰ ਨੂੰ ਕੋਈ ਤਮਾ ਨਹੀਂ ਹੈਗੀ ਕਿ ਆਪਾਂ ਉਹਦਾ ਨਾਮ ਜਪੀਏ। ਇਹ ਕਿਉਂਕਿ ਉਹਦੀ ਖੇਡ ਆ। ਉਹਨੇ ਇਸ ਤਰ੍ਹਾਂ ਬਣਾਈ ਆ ਕਿ ਜਿਹੜਾ ਜੀਵ ਚਾਹੁੰਦਾ ਕਿ ਪਰਮੇਸ਼ਰ ਦੇ ਚਰਨਾਂ 'ਚ ਸਮਾਈ ਹੋ ਜਾਵੇ, ਮੇਰੇ ਆਵਾਗਮਨ ਤੋਂ 84 ਦੇ ਚੱਕਰ ਤੋਂ ਮੇਰਾ ਨਿਕਲ ਜਾਵਾਂ, ਉਹਦੇ ਲਈ ਪਰਮਾਤਮਾ ਨੇ ਇਹ ਰੱਖ ਦਿੱਤਾ। ਔਰ ਜਿਹੜਾ ਜੀਵ ਚਾਹੁੰਦਾ ਉਹ ਇਹਨੂੰ ਪਾ ਸਕਦਾ। ਜੇ ਨਾਮ ਦੀ ਕਮਾਈ ਕਰਦਾ, ਫਿਰ ਪਰਮਾਤਮਾ ਦੀ ਰਹਿਮਤ ਹੋ ਜਾਂਦੀ ਆ। ਬਸ ਇਹੀ ਖੇਡ ਆ ਪਰਮਾਤਮਾ ਦੀ, ਉਹਦੀਆਂ ਉਹੀ ਜਾਣੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਕਿਆ ਸੋਵੈ ਨਾਮ ਵਿਸਾਰ, ਗਾਫਲ ਗਹਿਲਿਆ। ਕਿੰਤੀ ਇਤ ਦਰਿਆਏ, ਵੰਜਨ ਵਹਿਦਿਆਂ।
ਬੋਹਿਥੜਾ ਹਰ ਚਰਨ ਮਨ ਚੜ ਲੰਘੀਐ। ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਹੇ ਜੀਵ, ਤੂੰ ਨਾਮ ਨੂੰ ਵਿਸਾਰ ਕੇ ਕਿਉਂ ਕਹਿੰਦੇ ਤੂੰ ਆਲਸ ਵਿੱਚ ਪਿਆ ਹੋਇਆ। ਕਹਿੰਦੇ ਦੇਖ ਸੰਸਾਰ ਦੇ ਵਿੱਚ ਕਿੰਨੇ ਜੀਵ ਕਹਿੰਦੇ ਇਸ ਸੰਸਾਰ ਸਾਗਰ ਦੇ ਵਹਿਣ ਦੇ ਵਿੱਚ ਡੁੱਬਦੇ ਜਾ ਰਹੇ ਨੇ ਵਿਕਾਰਾਂ ਵਿੱਚ। ਕਹਿੰਦੇ ਹੇ ਮੇਰੇ ਮਨ, ਜੋ ਪਰਮਾਤਮਾ ਦੇ ਚਰਨ ਨੇ ਉਹ ਜਹਾਜ਼ ਆ, ਉਹਦੇ ਚਰਨਾਂ ਨਾਲ ਜੁੜ ਤੇ ਇਸ ਜਹਾਜ਼ ਵਿੱਚ ਚੜ੍ਹ ਕੇ ਇਸ ਸੰਸਾਰ ਦੇ ਭਵਜਲ ਨੂੰ ਤਰ ਜਾ। ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਅੱਠੇ ਪਹਿਰ ਉਹਦੇ ਗੁਣ ਗਾਈਏ, ਉਹਨੂੰ ਚੇਤੇ 'ਚ ਵਸਾਈਏ। ਭੋਗੈ ਭੋਗ ਅਨੇਕ ਵਿਣ ਨਾਵੈ ਸੁੰਝਿਆ। ਹਰ ਕੀ ਭਗਤ ਬਿਨਾ ਮਰ ਮਰ ਰੁੰਨਿਆ। ਕਹਿੰਦੇ ਜੀਵ ਅਨੇਕਾਂ ਤਰ੍ਹਾਂ ਦੇ ਸੰਸਾਰਿਕ ਪਦਾਰਥ ਭੋਗ ਰਹੇ ਨੇ, ਪਰ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਵਿਅਰਥਾ ਗਵਾ ਰਹੇ ਨੇ। ਫਿਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਕਹਿੰਦੇ ਅੰਤ ਦੇ ਵਿੱਚ ਉਹਨਾਂ ਨੂੰ ਦੁਖੀ ਹੋਣਾ ਪੈਂਦਾ। ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ। ਬਿਨ ਸਿਮਰਨ ਤਨ ਸਾਰ ਸਰ ਪਰ ਚਾਲਣਾ। ਕਹਿੰਦੇ ਜੀਵ ਕੱਪੜੇ, ਹੋਰ ਸੁਗੰਧੀਆਂ, ਹੋਰ ਭੋਗ ਪਦਾਰਥ ਆਪਣੇ ਤਨ ਦਾ ਖਿਆਲ ਰੱਖਦੇ ਨੇ ਕਹਿੰਦੇ, ਪਰ ਸਿਮਰਨ ਤੋਂ ਬਿਨਾਂ ਕਹਿੰਦੇ ਜਿਹੜਾ ਇਹ ਤਨ ਆ ਇਹਨੇ ਮਿੱਟੀ ਹੋ ਜਾਣਾ। ਜਿਸ ਨੇ ਉਹਦਾ ਨਾਮ ਜਪ ਗਿਆ ਉਹਦੀ ਤਾਂ ਸਮਾਈ ਹੋ ਗਈ, ਉਹ ਤਾਂ ਜੀਵਨ ਸਫਲਾ ਕਰ ਗਿਆ। ਜਿਹਨੇ ਨਹੀਂ ਸਿਮਰਨ ਕੀਤਾ ਉਹਦਾ ਤਾਂ ਫਿਰ ਤਨ ਮਿੱਟੀ ਆ ਨਾ, ਕੁਛ ਖੱਟਿਆ ਨਹੀਂ ਗਾ। ਇਹ ਮਨੁੱਖਾ ਜੀਵਨ ਮਿਲਿਆ ਵੀ, ਪਰ ਜਿਸ ਚੀਜ਼ ਲਈ ਮਿਲਿਆ ਉਹਦੀ ਕਮਾਈ ਨਹੀਂ ਕੀਤੀ। ਮਹਾਂ ਬਿਖਮ ਸੰਸਾਰ ਵਿਰਲੇ ਪੇਖਿਆ। ਛੂਟਨ ਹਰ ਕੀ ਸਰਣ ਲੇਖ ਨਾਨਕ ਲੇਖਿਆ। ਕਹਿੰਦੇ ਇਹ ਜਿਹੜਾ ਸੰਸਾਰ ਆ ਬੜਾ ਹੀ ਕਹਿੰਦੇ ਵਿਕਾਰਾਂ ਦਾ, ਮਾਇਆ ਦਾ ਭਿਆਨਕ ਸਮੁੰਦਰ ਆ ਕਹਿੰਦੇ, ਪਰ ਕਹਿੰਦੇ ਵਿਰਲੇ ਨੂੰ ਕਿਸੇ ਨੂੰ ਇਸ ਗੱਲ ਦੀ ਸਮਝ ਪਈ ਆ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਮੱਥੇ 'ਤੇ ਇਹ ਲੇਖ ਲਿਖੇ ਨੇ ਕਿ ਇਸ ਜੀਵਨ ਦੇ ਵਿੱਚ ਉਹਨੇ ਵਿਕਾਰਾਂ ਤੋਂ, ਮਾਇਆ ਤੋਂ, ਆਵਾਗਮਨ ਤੋਂ ਛੁਟਕਾਰਾ ਪਾਉਣਾ, ਉਹੀ ਕਹਿੰਦੇ ਪਾ ਸਕਦਾ। ਆਸਾ ਮਹੱਲਾ ਪੰਜਵਾਂ। ਕੋਏ ਨ ਕਿਸ ਹੀ ਸੰਗ ਕਾਹੇ ਗਰਬੀਐ। ਏਕ ਨਾਮ ਆਧਾਰ ਪੌਜਲ ਤਰਬੀਐ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸਨੋ ਮੇਰਾ ਮਨ ਤੀਰੇ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸਨੋ ਮੇਰਾ ਮਨ ਤੀਰੇ ਰਹਾਓ। ਪੰਚਮ ਪਾਤਸ਼ਾਹ ਕਹਿੰਦੇ ਨੇ ਸੰਗਤ ਜੀ ਕਿ ਸੰਸਾਰ ਦੇ ਵਿੱਚ ਕੋਈ ਵੀ ਸਾਡਾ ਸਦਾ ਦਾ ਸਹਾਈ ਨਹੀਂ ਗਾ। ਫਿਰ ਅਸੀਂ ਕਿਸ ਚੀਜ਼ ਦਾ ਮਾਣ ਕਰਦੇ ਹਾਂ, ਕਿਸ ਚੀਜ਼ ਦਾ ਹੰਕਾਰ ਕਰਦੇ ਹਾਂ? ਧਨ ਦਾ, ਤਨ ਦਾ, ਟੱਬਰ ਦਾ, ਕਿਸ ਚੀਜ਼ ਦਾ? ਕੋਈ ਵੀ ਸਾਡਾ ਅੰਤ ਦਾ ਸਹਾਈ ਨਹੀਂ ਹੈ। ਇਹ ਸਾਰੇ ਜਿਸ ਤਰ੍ਹਾਂ ਵਕਤੀ ਤੌਰ 'ਤੇ ਜੀਵਨ ਨੂੰ ਕੱਢਣ ਦੇ ਲਈ ਚੀਜ਼ਾਂ ਮਿਲੀਆਂ ਨੇ, ਜੀਵਨ ਨੂੰ ਨਿਰਵਾਹ ਲਈ, ਕਰਨ ਲਈ, ਪਰ ਅਸੀਂ ਇਹਦੇ ਨਾਲ ਗਲਤਾਨ ਹੋ ਜਾਂਦੇ ਹਾਂ। ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੀ ਸਾਡਾ ਸਹਾਰਾ, ਜਿਹਦੇ ਨਾਲ ਅਸੀਂ ਇਹ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ। ਕਹਿੰਦੇ ਹੇ ਮੇਰੇ ਸਤਿਗੁਰੂ ਜੀ, ਮੈਨੂੰ ਗਰੀਬ ਨੂੰ ਤੇਰੇ ਸੱਚੇ ਦੀ ਇੱਕ ਆਸਰਾ, ਤੇਰਾ ਹੀ ਮੈਨੂੰ ਆਸਰਾ। ਕਹਿੰਦੇ ਤੇਰਾ ਕਹਿੰਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਧੀਰਜ ਹੁੰਦਾ ਕਿ ਮੈਂ ਇਹ ਸੰਸਾਰ ਸਾਗਰ ਨੂੰ ਤਰ ਜਾਊਂਗਾ ਤੇਰੇ ਆਸਰੇ।
ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ, ਹਰ ਕੀਰਤਨ ਆਧਾਰ ਨਿਹਚਲ ਇਹ ਤਨੋ। ਕਹਿੰਦੇ ਬਾਕੀ ਸੰਸਾਰ ਦੇ ਹੋਰ ਰਾਜ ਮਾਲ ਜੰਜਾਲ ਕੰਮ ਧੰਦੇ ਕਿਸੇ ਗਿਣਤੀ 'ਚ ਨਹੀਂ ਹੈਗੇ। ਕਹਿੰਦੇ ਹਾਂ ਜੀਵਨ ਨਿਰਵਾਹ ਲਈ ਉਹਨਾਂ ਕੁ ਮਤਲਬ ਰੱਖੋ ਇਹਨਾਂ ਚੀਜ਼ਾਂ ਨਾਲ। ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਧਨ ਆ ਨਾ, ਸਿਫਤ ਸਲਾਹ, ਉਹੀ ਇੱਕ ਇੱਦਾਂ ਦਾ ਧਨ ਆ ਜੋ ਸਾਡਾ ਸਦਾ ਦੇ ਨਾਲ ਨਿਭਣ ਵਾਲਾ ਹੈ। ਜੇਤੇ ਮਾਇਆ ਰੰਗ ਤੇਤ ਪਛਾਵਿਆ, ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ। ਕਹਿੰਦੇ ਬਾਕੀ ਹੋਰ ਜਿਹੜੇ ਇਹ ਰੰਗ ਤਮਾਸ਼ੇ ਨੇ ਇਹ ਤਾਂ ਕਹਿੰਦੇ ਪਰਛਾਵੇਂ ਦੀ ਤਰ੍ਹਾਂ ਨੇ, ਛੇਤੀ ਜਾਣ ਵਾਲੇ। ਇੱਕ ਉਸ ਪਰਮਾਤਮਾ ਦਾ ਨਾਮ ਹੈ ਜੋ ਸੁੱਖਾਂ ਦਾ ਖਜ਼ਾਨਾ ਹੈ। ਕਹਿੰਦੇ ਉਹ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਗਾਇਆ ਜਾ ਸਕਦਾ। ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ, ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ। ਕਹਿੰਦੇ ਹੇ ਪਰਮੇਸ਼ਰ ਜੀ ਤੂੰ ਹੀ ਗੁਣਾਂ ਦਾ ਖਜ਼ਾਨਾ ਹੈ, ਤੂੰ ਹੀ ਕਹਿੰਦੇ ਬੜਾ ਡੂੰਘਾ ਹੈ, ਕਹਿੰਦੇ ਬਹੁਤ ਗਹਿਰਾ ਹੈ। ਕਹਿੰਦੇ ਪਰ ਨਾਨਕ ਨੂੰ ਤੇਰੇ ਮਾਲਕ 'ਤੇ ਕਹਿੰਦੇ ਭਰੋਸਾ ਹੈ। ਨਾਨਕ ਦੇ ਦਿਲ ਦੇ ਵਿੱਚ, ਹਿਰਦੇ ਵਿੱਚ ਤੇਰੇ 'ਤੇ ਭਰੋਸਾ ਹੈ ਮਾਲਕ ਜੀ ਕਿ ਤੂੰ ਹੀ ਸਾਨੂੰ ਪਾਰ ਲੰਘਾਉਣ ਵਾਲਾ ਹੈ। ਆਸਾ ਮਹੱਲਾ ਪੰਜਵਾਂ। ਜਿਸ ਸਿਮਰਤ ਦੁਖ ਜਾਏ, ਸਹਿਜ ਸੁਖ ਪਾਈਐ, ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਐ। ਨਾਨਕ ਕਾ ਪ੍ਰਭ ਸੋਏ, ਜਿਸ ਕਾ ਸਭ ਕੋਏ, ਸਰਬ ਰਿਹਾ ਭਰਪੂਰ ਸੱਚਾ ਸੱਚ ਸੋਏ। ਰਹਾਓ। ਕਹਿੰਦੇ ਉਹ ਪਰਮਾਤਮਾ ਜਿਹਦਾ ਸਿਮਰਨ ਕਰਿਆ ਸਾਨੂੰ ਸੁੱਖ ਮਿਲਦੇ ਨੇ, ਅਸੀਂ ਅਡੋਲਤਾ ਦੇ ਵਿੱਚ ਆਉਂਦੇ ਹਾਂ। ਕਹਿੰਦੇ ਕਿਉਂ ਨਾ ਫਿਰ ਦਿਨ ਰਾਤ ਹੱਥ ਜੋੜ ਕੇ ਉਸ ਪਰਮਾਤਮਾ ਦਾ ਨਾਮ ਧਿਆਈਏ, ਉਹਦੀ ਆਰਾਧਨਾ ਕਰੀਏ। ਕਹਿੰਦੇ ਨਾਨਕ ਦਾ ਪ੍ਰਭੂ ਉਹੀ ਆ ਜਿਹਦਾ ਸਾਰਾ ਸੰਸਾਰ ਪੈਦਾ ਕੀਤਾ ਹੋਇਆ, ਸਾਰਿਆਂ ਦੇ ਵਿੱਚ ਕਹਿੰਦੇ ਉਹ ਸੱਚਾ ਵਿਆਪਕ ਹੈ ਆਪ। ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ, ਤਿਸੇ ਅਰਾਧ ਮਨਾ ਬਿਨਾਸੈ ਸਗਲ ਰੋਗ। ਕਹਿੰਦੇ ਉਹ ਪਰਮਾਤਮਾ ਅੰਦਰ ਬਾਹਰ ਸਾਡੇ ਹਿਰਦੇ 'ਚ, ਸਾਡੇ ਹਿਰਦੇ ਤੋਂ ਬਾਹਰ ਸੰਸਾਰ ਵਿੱਚ ਹਰ ਇੱਕ ਜਗ੍ਹਾ 'ਤੇ ਕਹਿੰਦੇ ਉਹ ਸਾਡਾ ਸਹਾਈ ਆ। ਕਹਿੰਦੇ ਉਹਦੇ ਨਾਲ ਸਾਨੂੰ ਸਾਂਝ ਪਾਉਣੀ ਚਾਹੀਦੀ ਆ। ਕਹਿੰਦੀ ਉਹਦੀ ਆਰਾਧਨਾ ਕਰਨੀ ਚਾਹੀਦੀ ਆ, ਜਿਸ ਦੇ ਨਾਲ ਸਾਡੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਨੇ। ਰਾਖਨ ਹਾਰ ਅਪਾਰ ਰਾਖੈ ਅਗਨ ਮਾਹੇ, ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ। ਕਹਿੰਦੇ ਉਹੀ ਪਰਮਾਤਮਾ ਸਾਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚੋਂ ਬਚਾਉਣ ਵਾਲਾ ਹੈ। ਕਹਿੰਦੇ ਉਹਦਾ ਨਾਮ ਜਪਿਆ ਹਿਰਦਾ ਸੀਤਲ ਠੰਡਾ ਹੋ ਜਾਂਦਾ ਹੈ। ਕਹਿੰਦੇ ਸਾਡੀ ਤ੍ਰਿਸ਼ਨਾ ਅੰਦਰੋਂ ਬੁਝ ਜਾਂਦੀ ਹੈ, ਮਾਇਆ ਦੀ ਅੱਗ, ਤ੍ਰਿਸ਼ਨਾ ਦੀ ਅੱਗ ਉਹਦਾ ਨਾਮ ਜਪਿਆ। ਸੁਖ ਸਹਿਜ ਆਨੰਦ ਕਣਾ ਨਾਨਕ ਜਨ ਤੂਰਾ, ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰਪੂਰਾ। ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪੂਰੇ ਗੁਰੂ ਦਾ ਮਿਲਾਪ ਹੁੰਦਾ, ਕਹਿੰਦੇ ਸਾਰੇ ਸਗਲੇ ਕਾਰਜ ਰਾਸ ਹੋ ਜਾਂਦੇ ਨੇ ਜੀਵ ਦੇ। ਕਹਿੰਦੇ ਸੰਤ ਜਨਾਂ ਦੀ ਚਰਨ ਧੂੜ ਵਿੱਚ ਟਿਕਿਆ ਬੜਾ ਸਹਿਜ ਆਨੰਦ ਮਿਲਦਾ ਹੈ। ਚਰਨ ਧੂੜ ਵਿੱਚ ਟਿਕਣਾ ਹੁੰਦਾ ਕਿ ਉਹਨਾਂ ਦੀ ਸ਼ਰਨ ਜਾਣਾ, ਉਹਨਾਂ ਦੇ ਉਪਦੇਸ਼, ਉਹਨਾਂ ਦੀ ਸਿੱਖਿਆ ਤੇ ਅਨੁਸਾਰ ਜੀਵਨ ਢਾਲਣਾ। ਆਸਾ ਮਹੱਲਾ ਪੰਜਵਾਂ। ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ, ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ। ਆਵੋ ਸੰਤ ਮਿਲਹਾ ਹਰ ਕਥਾ ਕਹਾਣੀਆਂ, ਅਨ ਦਿਨ ਸਿਮਰੋ ਨਾਮ ਤਜ ਲਾਜ ਲੁਕਾਣੀਆਂ। ਰਹਾਓ।
ਕਹਿੰਦੇ ਉਹ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ, ਕਹਿੰਦੇ ਉਹਦੇ ਨਾਲ ਜਾਣ ਪਹਿਚਾਣ ਗੁਰੂ ਦੇ ਸਨਮੁਖ ਹੋਇਆਂ ਹੁੰਦੀ ਹੈ। ਕਹਿੰਦੇ ਜਦੋਂ ਗੁਰੂ ਦਿਆਲ ਹੁੰਦਾ, ਕਿਰਪਾਲ ਹੁੰਦਾ, ਫਿਰ ਕਹਿੰਦੇ ਪਰਮਾਤਮਾ ਦਾ ਪ੍ਰੇਮ ਰੰਗ ਮਿਲਦਾ ਹੈ। ਕਹਿੰਦੇ ਆਓ ਸੰਤ ਜਨੋ ਆਪਾਂ ਮਿਲ ਕੇ ਉਸ ਪਰਮਾਤਮਾ ਦੀਆਂ ਕਥਾ ਕਹਾਣੀਆਂ ਕਰੀਏ। ਹਰ ਰੋਜ਼ ਕਹਿੰਦੇ ਲੋਕ ਲਾਜ ਛੱਡ ਕੇ ਪਰਮਾਤਮਾ ਦਾ ਨਾਮ ਜਪੋ, ਸਿਮਰੋ, ਉਹਨੂੰ ਚੇਤੇ 'ਚ ਵਸਾਓ। ਜਪ ਜਪ ਜੀਵਾ ਨਾਮ ਹੋਵੇ ਆਨੰਦ ਕਣਾ, ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ। ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਿਆਂ ਹਿਰਦੇ ਦੇ ਵਿੱਚ ਆਨੰਦ ਹੁੰਦਾ ਹੈ, ਬਹੁਤ ਹੀ ਆਨੰਦ ਮਿਲਦਾ ਹੈ। ਕਹਿੰਦੇ ਹੋਰ ਕਹਿੰਦੇ ਜਿਹੜਾ ਇਹ ਸੰਸਾਰ ਦਾ ਮਿਥਿਆ ਹੈ, ਕਹਿੰਦੇ ਸੰਸਾਰਿਕ ਪਦਾਰਥਾਂ ਦਾ ਮੋਹ ਕਹਿੰਦੇ ਸਭ ਝੂਠਾ ਹੈ, ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਚਰਨ ਕਮਲ ਸੰਗ ਨੇਹੋ ਕਿਨੈ ਵਿਰਲੇ ਲਾਇਆ, ਧਨ ਸੁਹਾਵਾ ਮੁਖ ਜਿਨ ਹਰ ਧਿਆਇਆ। ਕਹਿੰਦੇ ਉਸ ਪਰਮਾਤਮਾ ਦੇ ਕਮਲ ਵਰਗੇ ਚਰਨਾਂ ਨਾਲ ਕਿਸੇ ਵਿਰਲੇ ਦਾ ਕਹਿੰਦੇ ਪ੍ਰੇਮ ਲੱਗਿਆ ਹੈ। ਕਹਿੰਦੇ ਉਹ ਮੁਖ ਕਿੰਨਾ ਸੋਹਣਾ ਹੈ ਜੋ ਪਰਮਾਤਮਾ ਦਾ ਨਾਮ ਜਪਦਾ ਹੈ। ਕਹਿੰਦੇ ਧਨ ਹੈ, ਭਾਗਾਂ ਵਾਲਾ ਹੈ। ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ, ਨਾਨਕ ਕੈ ਸੁਖ ਸੋਏ ਜੋ ਪ੍ਰਭ ਪਾਵਈ। ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ, ਨਾਨਕ ਕੈ ਸੁਖ ਸੋਏ ਜੋ ਪ੍ਰਭ ਪਾਵਈ। ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ, ਮੁੜ ਮੁੜ ਕੇ ਜਨਮਾਂ 'ਚ ਨਹੀਂ ਪੈਣਾ ਪੈਂਦਾ, ਜਨਮ ਮਰਨ ਕੱਟ ਹੋ ਜਾਂਦਾ ਉਹਦਾ ਨਾਮ ਜਪਿਆਂ। ਨਾਨਕ ਜੀ ਕਹਿੰਦੇ ਨੇ ਜੋ ਪਰਮੇਸ਼ਰ ਨੂੰ ਕਹਿੰਦੇ ਚੰਗਾ ਲੱਗਦਾ, ਉਹਦੇ ਵਿੱਚ ਹੀ ਕਹਿੰਦੇ ਨਾਨਕ ਨੂੰ ਸੁੱਖ ਮਿਲਦਾ। ਇਹ ਹੈ ਕਿ ਰਜ਼ਾ ਮੰਨਣੀ, ਜੋ ਕਹਿੰਦੇ ਪਰਮਾਤਮਾ ਦੀ ਰਜ਼ਾ ਉਹ ਮੈਨੂੰ ਮਿੱਠੀ ਲੱਗਦੀ ਆ। ਕਹਿੰਦੇ ਸਾਨੂੰ ਵੀ ਇਹੀ ਉਪਦੇਸ਼ ਦਿੰਦੇ ਨੇ ਕਿ ਸਾਨੂੰ ਜੀਵਾਂ ਨੂੰ ਵੀ ਮਿੱਠੀ ਲੱਗਣੀ ਚਾਹੀਦੀ ਆ ਉਹਦੀ ਰਜ਼ਾ। ਉਹਦਾ ਨਾਮ ਜਪ ਕੇ ਰਜ਼ਾ ਮਿੱਠੀ ਲੱਗਣ ਲੱਗ ਜਾਂਦੀ ਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।